भी लंबी जिंदगी पाएं। इस आयात से हजरत ईसा की वफात की भी कतियात के साथ साबित होता है। मुफ्ती मुबशर साहब अस्सलाम वालेकुम, ਤੁਹਾਨੂੰ ਜਲਦੀ ਤੁਸੀਂ ਕੋਈ ਕਹਿਣਾ ਚਾਹੁੰਦੇ ਹੋ? ਜੀ ਵਸਲਾਮ, ਮੈਂ ਨਾ ਸੁਣਦਾ ਸੀ ਪਿਆ ਤੁਸੀਂ ਫਰਮਾ ਰਹੇ ਹੋ ਕਿ ਕੋਈ ਜ਼ਾਤ ਆਸਮਾਨ ਤੇ ਜ਼ਿੰਦਾ ਨਹੀਂ ਰਹਿ ਸਕਦੀ ਜੀ। ਤੇ ਬਿਲਕੁਲ ਇੰਝ ਹੀ ਹੈ ਗੱਲ, ਤੁਸੀਂ ਠੀਕ ਕੀਤੀ ਹੈ। ਨਹੀਂ ਮੈਂ ਨਹੀਂ ਕੀਤੀ, ਮੈਂ ਆਪਣੇ ਕੋਲੋਂ ਨਹੀਂ, ਮੈਂ ਤਾਂ ਕੁਰਾਨੇ ਪਾਕ ਪੜ੍ਹਨ ਰਿਹਾ ਵਾਂ। ਅੱਛਾ, ਕੁਰਾਨੇ ਪਾਕ ਮੈਂ ਕੋਲੋਂ ਨਹੀਂ ਕੀਤੀ, ਅਸਤਗਫਿਰullah, ਮੈਂ ਤੇ ਕੁਰਾਨ ਪਾਕ ਦੀ ਤਿਲਾਵਤ ਪਿਆ ਕਰਦਾ ਜੇ। ਅੱਛਾ, ਕੁਰਾਨੇ ਪਾਕ ਦੇ ਵਿੱਚ ਲਿਖਿਆ ਹੈ ਕਿ ਕੋਈ ਜ਼ਾਤ ਆਸਮਾਨ ਤੇ ਜ਼ਿੰਦਾ ਨਹੀਂ ਰਹਿ ਸਕਦੀ, ਇਹ ਕਿੱਥੇ ਲਿਖਿਆ ਹੈ ਜੀ? ਨਹੀਂ ਮੈਂ ਜੀ, ਇਹ ਕਿਹੜੀ ਆਇਤ ਸੀ? ਇਹ ਜ਼ਰਾ ਮੈਨੂੰ ਲਿਖਾਇਆ ਜੇ ਜ਼ਰਾ, ਮੈਂ ਤੇ ਲੱਭਦਾ ਸਾਂ ਪਿਆ ਇੰਨੀ ਦੇਰ ਦੀ, ਉਹ ਮੈਨੂੰ ਆਇਤ ਨਹੀਂ ਸੀ ਲੱਭਦੀ ਪਈ। ਅੱਛਾ ਜੀ ਜੀ, ਅੱਛਾ ਮੈਂ ਦੁਬਾਰਾ ਤਰਜਮਾ ਪੜ੍ਹਨਾ, ਜ਼ਰਾ ਗੌਰ ਕਰਿਆ ਜੀ। ਕੁਰਾਨ ਪਾਕ ਦਾ ਸਪਾਰਾ ਨੰਬਰ 17। ਅੱਛਾ ਇੱਕ ਮਿੰਟ ਮੈਂ ਲਿਖ ਲਵਾਂ ਜ਼ਰਾ, ਇੱਕ ਮਿੰਟ। 17 ਜੀ ਜੀ ਲੈ, ਪਾਰਾ 17 ਕੁਰਾਨ ਪਾਕ ਦਾ ਸਪਾਰਾ ਨੰਬਰ 17, ਹਾਂ, ਸੂਰਤ ਨੰਬਰ 21, ਸੂਰਤ 21, ਆਯਾਤ ਨੰਬਰ 35-36। ਆਇਤ 35-36 ਜੀ। ਅੱਛਾ, ਤੇ ਉਹਦੇ ਵਿੱਚ ਲਿਖਿਆ ਵੇਖਿਆ ਕੋਈ ਵੀ ਜ਼ਾਤ ਆਸਮਾਨ ਤੇ ਜ਼ਿੰਦਾ ਨਹੀਂ ਰਹਿ ਸਕਦੀ। ਮੈਂ ਤਰਜਮਾ ਦੁਬਾਰਾ ਪੜ੍ਹਨਾ, ਫਿਰ ਜ਼ਰਾ ਗੌਰ ਨਾਲ ਸੁਣ ਲਿਆ ਜੇ। ਅੱਛਾ ਅੱਛਾ, ਜਾਂ ਤੁਸੀਂ ਪੜ੍ਹਦੇ ਹੋ, ਤਰਜਮਾ ਹੀ ਸੁਣ ਲੈਣੇ ਜਿਹੜਾ ਸੁਣਨਾ। ਨਹੀਂ ਮੈਂ ਤੇ ਹਾਫਿਜ਼ ਨਹੀਂ ਜੇ, ਹੈ ਤੁਸੀਂ ਪੜ੍ਹਦੇ ਸੋ ਪਏ ਤੇ ਤੁਸੀਂ ਹੀ ਪੜ੍ਹਦੇ ਹੋ। ਮੈਂ ਇਹੀ ਦਰਖਾਸਤ ਕੀਤੀ ਹੈ ਕਿ ਹਾਫਿਜ਼ ਹੋਣਾ ਜ਼ਰੂਰੀ ਨਹੀਂ। ਕੁਰਾਨ ਨੂੰ ਸਮਝਣ ਵਾਸਤੇ, ਕੁਰਾਨ ਨੂੰ ਪੜ੍ਹਨ ਵਾਸਤੇ ਕਿਤੇ ਵੀ ਕੋਈ ਸ਼ਰਤ ਨਹੀਂ। ਕਿਹੜਾ ਹਾਫਿਜ਼ ਹੋਏਗਾ ਉਹ ਹੀ ਪੜ੍ਹੇਗਾ ਤੇ ਉਹ ਹੀ ਸਮਝੇਗਾ। ਨਾ ਮੈਂ ਹਾਫਿਜ਼ ਹਾਂ, ਨਾ ਮੈਂ ਕਾਰੀ ਹਾਂ, ਮੈਂ ਵੀ ਦੇਸੀ ਜਿਹਾ ਜੱਟ ਬੰਦਾ ਵਾਂ ਤੇ ਪਿੰਡ ਦੇ ਰਹਿਣ ਵਾਲਾ ਵਾਂ। ਨਾ ਮੈਂ ਕੋਈ ਆਲਮ ਵਾਂ ਤੇ ਨਾ ਮੈਂ ਇੱਥੇ ਕੋਈ ਕਿਸੇ ਨਾਲ ਨਾ ਬਹਿਸ ਮੁਬਾਸੇ ਵਾਸਤੇ ਬੜੇ ਫਤਵੇ ਦੇਣ ਵਾਸਤੇ ਬਹਿਣਾ ਵਾਂ। ਅੱਲਾ ਦਾ ਕੁਰਾਨ ਪੜ੍ਹਨਾ ਵਾ ਡੇਲੀ, ਐਸੇ ਟਾਈਮ ਹੀ ਤਰਜਮੇ ਦੇ ਨਾਲ, ਬਿਲਕੁਲ ਸਹੀ, ਆਪਣੇ ਇਲਮ ਦੇ ਇਜ਼ਾਫੇ ਵਾਸਤੇ, ਜਿਹੜੇ ਕੋਈ ਭੈਣ ਭਾਈ ਆਉਂਦੇ ਨੇ ਉਹਨਾਂ ਦੇ ਸੁਣਨ ਵਾਸਤੇ। ਤੇ ਜੇ ਤੁਸੀਂ ਮਾਸ਼ਾਅੱਲਾ ਤੁਹਾਡਾ ਬੜਾ ਪਿਆਰਾ ਨਾਂ ਹੈ, ਤੁਸੀਂ ਕੋਈ ਇਲਮ ਦੇਣਾ ਚਾਹੁੰਦੇ ਹੋ, ਕੁਝ ਦੱਸਣਾ ਚਾਹੁੰਦੇ ਹੋ, ਤੇ ਕੁਰਾਨ ਪਾਕ ਕੱਢੋ, ਖੋਲੋ। ਜਿਹੜੀ ਮੈਂ ਯਾਦ ਕਹੀ ਹੈ ਨਾ 35-36 ਮੈਂ ਪੜ੍ਹ ਰਿਹਾ ਵਾਂ, ਜਿਹੜੀ ਮੈਂ ਪੜ੍ਹੀ ਹੈ, ਤੇ ਤੁਸੀਂ ਮੇਰੀ ਗੱਲ ਸੁਣ ਲਓ ਪੂਰੀ, ਫਿਰ ਕਰਿਆ ਜੇ। ਮੇਰੀ ਗੱਲ ਪੂਰੀ ਸੁਣ ਲਓ, ਫਿਰ ਤੁਹਾਨੂੰ ਮੈਂ ਮੌਕਾ ਦੇਣਾ, ਤੁਸੀਂ ਗੱਲ ਆਪਣੀ ਕਰਿਆ ਜੇ, ਮੈਂ ਤੁਹਾਡੀਆਂ ਸਾਰੀਆਂ ਸੁਣਾਂਗਾ। ਜਿਹੜੀ ਮੈਂ ਆਯਾਤ ਪੜ੍ਹੀ ਹੈ, ਤੁਸੀਂ ਤੁਹਾਡੇ ਲਫ਼ਜ਼ ਇਹ ਸਨ ਕਿ ਮੈਂ ਬੜੀ ਦੇਰ ਦਾ ਲੱਭਦਾ ਸਾਂ ਪਿਆ, ਮੈਨੂੰ ਲੱਭਦੀ ਨਹੀਂ ਸੀ ਪਈ, ਤੇ ਸ਼ੁਕਰ ਕੀਤਾ ਮੈਨੂੰ ਐਤ ਲੱਭ ਗਈ ਹੈ। ਕਿਹਾ ਜੇ ਤੁਸੀਂ ਮੇਰੇ ਤੇ ਬੋਲਣ ਤੇ ਪਾਬੰਦੀ ਲਾ ਛੜੀ ਏ ਤੇ ਮੈਨੂੰ ਇਜਾਜ਼ਤ ਹੈ ਬੋਲਣ ਦੀ? ਮੈਂ ਜਦੋਂ ਗੱਲ ਆਪਣੀ ਮੁਕੰਮਲ ਕਰਕੇ ਤੁਹਾਨੂੰ ਪੁੱਛ ਰਿਹਾ ਵਾਂ ਕਿ ਤੁਸੀਂ ਇਹ ਲਫ਼ਜ਼ ਕਹੇ ਨੇ ਕਿ ਮੈਂ ਕਾਫੀ ਦੇਰ ਦਾ ਲੱਭਦਾ ਸਾਂ ਪਿਆ, ਇਹ ਯਾਦ ਮੈਨੂੰ ਲੱਭਦੀ ਨਹੀਂ ਸੀ, ਮੈਨੂੰ ਇਹ ਯਾਦ ਲੱਭ ਗਈ ਹੈ। ਮੈਂ ਕਿਹਾ ਲੱਭ ਗਈ ਜੇ, ਉਹਦਾ ਮਤਲਬ ਹੈ ਕਿ ਤੁਸੀਂ ਬੋਲੋ ਹੁਣ। ਜੀ ਠੀਕ। ਅੱਛਾ ਗੱਲ ਹੈ ਵੇ ਕਿ ਆਇਤ ਇਹ ਵਾਲੀ ਕਿ ਜਿਹੜੀ ਤੁਸੀਂ ਫਰਮਾ ਰਹੇ ਸੋ ਕਿ ਕੋਈ ਜ਼ਾਤ ਵੀ ਆਸਮਾਨ ਤੇ ਜ਼ਿੰਦਾ ਨਹੀਂ ਰਹਿ ਸਕਦੀ, ਉਹ ਵਾਲੀ ਆਇਤ ਮੈਂ ਪੁੱਛੀ ਸੀ, ਤੇ ਉਹ ਇਹੋ ਹੀ ਹੈ ਨਾ? ਸੂਰਾ ਅਲ ਅੰਬੀਆ ਦੀ ਆਇਤ ਨੰਬਰ 35 ਤੇ 36। ਤੁਸੀਂ ਹੁਣ ਕੋਲੋਂ ਹੀ ਕੋਈ ਲਫ਼ਜ਼ ਵਿੱਚ ਪਾਈ ਜਾਵੋ, ਤੇ ਮੈਂ ਤਾਂ ਤੁਹਾਨੂੰ 2 ਦਫਾ ਕਿਹਾ ਹੈ ਕਿ ਤੁਸੀਂ ਤਰਜਮਾ ਪੜ੍ਹੋ ਤੇ ਸਾਰੀ ਗੱਲ ਖੁੱਲ ਜਾਂਦੀ ਹੈ। ਨਬੀ ਪਾਕ ਦੀ ਗੱਲ ਹੋ ਰਹੀ ਹੈ ਕਿ ਨਬੀ ਪਾਕ ਨੂੰ ਮੇਰਾ ਖੁਦਾ ਕਹਿ ਰਿਹਾ ਕਿ ਤੇਰੇ ਤੋਂ ਪਹਿਲਾਂ ਮੈਂ ਕਿਸੇ ਨੂੰ ਵੀ ਹਮੇਸ਼ਗੀ ਨਹੀਂ ਬਖਸ਼ੀ, ਤੇ ਤੇਰੇ ਤੋਂ ਪਹਿਲਾਂ ਜਿਹੜੇ ਸਾਰੇ ਸਨ ਫੌਤ ਹੋ ਗਏ ਨੇ, ਤੇ ਕਿਸੇ ਵੀ ਜਾਨ ਨੇ ਜ਼ਿੰਦਾ ਨਹੀਂ ਰਹਿਣਾ, ਹਰ ਇੱਕ ਨੇ ਜਾਨ ਨੇ ਮੌਤ ਦਾ ਜ਼ਾਇਕਾ ਚੱਖਣਾ ਹੈ। ਜਿਹੜਾ ਮੈਂ ਤਰਜਮਾ ਪੜ੍ਹਿਆ ਕੁਰਾਨ ਪਾਕ ਵਿੱਚ ਜੋ ਲਿਖਿਆ, ਮੈਂ ਉਹਦੀ ਗੱਲ ਕਰ ਰਿਹਾ। ਹੁਣ ਤੁਸੀਂ ਕੋਲੋਂ ਕੋਈ ਲਫ਼ਜ਼ ਸ਼ਾਮਲ ਕਰੀ ਜਾਓ ਤੇ ਉਹ ਤੁਹਾਡੀ ਮਰਜ਼ੀ ਹੈ। ਅੱਛਾ ਮੈਂ ਨਾ ਕੋਈ ਲਫ਼ਜ਼ ਸ਼ਾਮਿਲ ਨਹੀਂ ਕਰ ਰਿਹਾ, ਤੇ ਗੱਲ ਤੇ ਫਿਰ ਕੁਝ ਵੀ ਨਾ ਹੋਈ ਹੈ। ਤੇ ਫਿਰ ਮੈਂ ਤੇ ਇਹ ਲੱਭਦਾ ਸਾਂ ਪਿਆ, ਤੁਸੀਂ ਗੱਲ ਕਰਦੇ ਸੋ ਪਏ, ਮੈਂ ਥੱਲੇ ਬਹਿ ਕੇ ਨਾ ਵਾਹਵਾ ਦੇਰ ਦੀ ਸੁਣਦਾ ਸਾਂ ਪਿਆ,
ਮਾਸ਼ਾ ਤੁਸੀਂ ਨਾ ਕੁਰਾਨੇ ਪਾਕ ਪੜ੍ਹ ਕੇ ਤੇ ਤਰਜਮਾ ਤੁਸੀਂ ਇਹ ਕਰ ਰਹੇ ਸੋ ਕਿ ਵੇਖੋ ਕੋਈ ਜ਼ਾਤ ਵੀ ਆਸਮਾਨ ਤੇ ਜ਼ਿੰਦਾ ਨਹੀਂ ਰਹਿ ਸਕਦੀ, ਇੰਝ ਹੀ ਹੈ ਨਾ। ਮੈਂ ਨਾ ਕਿਤੇ ਵੀ ਨਹੀਂ ਰਹਿ ਸਕਦੀ, ਅਸਮਾਨ ਤੇ ਨਹੀਂ। ਕਿਤੇ ਰਹਿ ਗਿਆ, ਕਿਤੇ ਵੀ ਨਹੀਂ ਰਹਿ ਸਕਦੀ। ਜਦੋਂ ਮੇਰਾ ਚਲੋ। ਖੁਦਾ ਕੁਰਾਨੇ ਪਾਕ ਜੇ ਫਰਮਾਂਦਾ ਪਿਆ, ਮੈਂ ਤਰਜਮਾ ਪੜ੍ਹਨਾ, ਜ਼ਰਾ ਗੌਰ ਕਰਿਆ ਜੇ। ਜੀ ਪੜ੍ਹੋ। ਤੁਸੀਂ ਹਾਫਜ਼ ਨਹੀਂ, ਤੁਹਾਡੇ ਕੋਲ ਕੁਰਾਨ ਪਾਕ ਨਹੀਂ, ਮੈਂ ਪੜ੍ਹਨਾ, ਗੌਰ ਕਰਿਆ ਜੇ ਮੈਂ ਜੋ ਪੜ੍ਹਿਆ। ਹੂੰ। ਅੱਛਾ ਜੀ, ਕੁਰਾਨੇ ਪਾਕ ਦਾ ਸਪਾਰਾ ਨੰਬਰ 17, ਸੂਰਤ ਅੰਬਿਆ, ਸੂਰਤ ਨੰਬਰ 21, ਆਯਾਤ ਨੰਬਰ 35 ਤੇ 36, ਜਿਹਦਾ ਮੈਂ ਤਰਜਮਾ ਪੇਸ਼ ਕਰਨ ਲੱਗਾ ਵਾਂ। ਇੱਕ ਮੈਨੂੰ ਛੋਟੀ ਜੀ ਗੱਲ ਥੋੜੀ ਜੀ ਵਜ਼ਾਹਤ ਕਰ ਦਿਆ ਜੇ ਤਰਜਮਾ ਪਹਿਲਾਂ ਤੋਂ ਪੜ੍ਹਨ ਤੋਂ। ਜਿਹੜਾ ਤੁਸੀਂ ਨਾਂ ਉੱਤੇ ਲਿਖਿਆ ਮੁਫਤੀ ਮੁਬਸ਼ਰ ਸ਼ਾਹ, ਇਹੋ ਹੀ ਨਾਂ ਤੁਹਾਡਾ? ਉਹ ਨਾਮ ਤੇ ਕੋਈ ਨਹੀਂ, ਜੋ ਮਰਜ਼ੀ ਤੁਸੀਂ ਭਾਵੇਂ ਮੈਨੂੰ ਦਸੌਂਦੀ ਕਹਿ ਲਓ ਭਾਵੇਂ। ਅਸਤਗਫਿਰੁல்லாਹ ਰੱਬੀ ਮਿਨ ਕੁੱਲੀ ਜ਼ਾਨਬਿਨ ਵਾ ਤੂਬੂ ਅਲੈਹ। ਨਹੀਂ, ਪਹਿਲੇ ਨਾ ਮੇਰਾ ਨਾਮ ਦਸੌਂਦੀ ਮੇਰਾ- ਸੀ, ਪਹਿਲੇ ਜੀ? ਮੇਰਾ ਨਾਮ ਨਾ ਪਹਿਲੇ ਦਸੌਂਦੀ ਨਾਮ ਸੀ ਮੇਰਾ, ਤੇ ਬਾਅਦ ਚੋਂ ਫਿਰ ਨਾ ਸੁੰਦੀ ਰੱਖ ਲਿਆ। ਤੇ ਉਸ ਤੋਂ ਬਾਅਦ ਫਿਰ ਮੈਂ ਕਿਹਾ ਲੋਕਾਂ ਨੂੰ ਕਿ ਮੈਨੂੰ ਨਾ ਮੁਫਤੀ ਮੁਬਸ਼ਰ ਸ਼ਾਹ ਕਿਹਾ ਕਰੋ। ਅੱਛਾ, ਜੀ ਜੀ। ਇੰਜ ਨਾ ਕਰੋ, ਕਹਿਣ ਨਾਲ ਨਾਂ ਨਹੀਂ ਜੇ ਹੁੰਦੇ। ਖਾਨਦਾਨ ਦੀ ਪਹਿਚਾਣ ਹੁੰਦੀ ਹੈ, ਇਨਸਾਨ ਦੀ ਪਹਿਚਾਣ ਹੁੰਦੀ ਹੈ। ਮੇਰਾ ਨਾਂ ਜੱਟ ਕੈਸਰ ਜੇ, ਅੱਛਾ ਜੀ। ਤਹਿਸੀਲ ਨਸ਼ਹਿਰਾ ਵਿਰਕਾਂ, ਥਾਣਾ ਤਤਲੇ ਵਾਲੀ, ਪਿੰਡ ਪੱਦੇ ਸ਼ਰੀਫ, ਗੁਜਰਾਲ ਤੋਂ ਸ਼ੇਖਪੁਰਾ ਰੋਡ। ਨਾਨਕੇ ਮੇਰੇ ਜੇ ਮਾਛੀ ਕੇ ਗੁਰਾਇਆ ਫਰੋਜ਼ਲ ਦੇ ਨਾਲ, ਪਿੰਡ ਗੁਜਰਾਲ ਦੇ ਬਿਲਕੁਲ। ਹਾਂ ਬਿਲਕੁਲ ਦਾਦੇ ਠੀਕ। ਪੜਦਾਦੇ ਦੀ ਪਹਿਚਾਣ, ਮੇਰੇ ਨਾਨਕਿਆਂ ਦੀ ਪਹਿਚਾਣ, ਮੇਰੇ ਘਰ ਦੀ ਪਹਿਚਾਣ। ਆਹ, ਤੇ ਮੈਨੂੰ 2 ਸਾਲ ਹੋ ਗਏ ਜੇ ਇੱਥੇ ਬਹਿੰਦੇ ਆ। ਜੋ ਮੇਰਾ ਨਾਂ ਹੈ ਜੇ ਉਹ ਹੀ ਜੇ। ਇਹ ਨਹੀਂ ਕਵਾਂਗਾ ਕਿ ਮੈਂ ਜੱਟ ਨਾਮ ਤੇ ਨਹੀਂ ਨਾ ਫਿਰ ਹੋ ਗਿਆ, ਬਦਲਨੇ ਮੈਂ ਚਾਹੀਦੇ। ਮੁੱਚੀ ਹੋ ਵੈਸੇ ਗਿਆ ਸਹੀ ਵਾਂ। ਤੁਸੀਂ ਸਹੀ ਫਰਮਾਉਂਦੇ ਹੋ ਕਿ ਇੱਕ ਨਾਮ ਮਿੰਟ ਨਹੀਂ ਮੇਰੀ ਗੱਲ, ਜੀ। ਮੇਰੀ ਜੀ, ਬਾਤ ਸੁਣ ਲਓ ਨਾ ਵਜ੍ਹਾ ਪਤਾ ਕੀ ਹੁੰਦੀ ਹੈ? ਹਾਂ ਅਗਰ ਮੇਰਾ ਨਾਂ ਕੈਸਰ ਹੈ ਤੇ ਮੈਂ ਇੱਥੇ ਕੋਈ ਹੋਰ ਲਿਖ ਕੇ ਤਸਵੀਰ ਕਿਸੇ ਦੀ ਹੋਰ ਲਾ ਕੇ, ਜਾਂ ਮੈਂ ਫੇਕ ਆਈਡੀ ਬਣਾ ਕੇ ਲਾਈਫ ਨਹੀਂ ਬਹਿੰਦਾ, ਜਾਂ ਮੈਂ ਕਿਸੇ ਨਾਲ ਡਰਾਮਾ ਕਰਨਾ, ਤੇ ਫਿਰ ਮੈਂ ਕੁਰਾਨ ਤੇ ਗੱਲ ਕੀ ਕਰਾਂਗਾ? ਬਿਲਕੁਲ ਸਹੀ ਹੈ। ਨਹੀਂ, ਕੁਰਾਨ ਤੇ ਫਿਰ ਗੱਲ ਨਹੀਂ ਹੋਏਗੀ। ਮੈਂ ਸਿਰਫ 2 ਲਫ਼ਜ਼ੀ ਗੱਲ ਪੁੱਛੀ ਹੈ। ਮੈਂ ਤੁਹਾਡੇ ਨਾਲ ਨਾ ਬਹਿਸ 'ਚ ਗਿਆ ਵਾਂ, ਨਾ ਕੋਈ ਮੈਨੂੰ ਕੋਈ ਮਫਾਦ ਹੈ। ਕਿਉਂਕਿ ਮੇਰੇ ਜਿਹੜੇ ਥੱਲੇ ਮੇਰੇ ਪਿਆਰੇ ਬਾਜ਼ ਕਦ ਮੈਸੇਜ ਲਿਖਣਾ ਸ਼ੁਰੂ ਕਰਦੇ ਨੇ ਨਾ, ਉਹਨਾਂ ਨੂੰ ਪਤਾ ਹੈ ਕਿ ਇਹ ਬੰਦਾ ਸਿਰਫ 1 ਘੰਟੇ ਵਾਸਤੇ ਬਹਿੰਦਾ ਤੇ ਤਲਾਵਤ ਵਾਸਤੇ ਬਹਿੰਦਾ। ਅੱਛਾ, ਇਹ ਗੱਲ time ਨਾ waste ਵਾਲੇ ਚੌਧਰੀ ਬੰਦੇ ਸਾਹਿਬ, ਨਾਲ ਗੱਲ ਸਿਰ- ਬੜੀ ਲੰਬੀ ਜਿਹੀ ਹੋ ਗਈ ਏ। ਆਇਤ ਮੈਂ ਪੁੱਛੀ ਸੀ ਕਿ ਜਿਹਦੇ ਚ ਵੇ ਕਿ ਕੋਈ ਜ਼ਾਤ ਵੀ ਅਸਮਾਨ ਤੇ ਜ਼ਿੰਦਾ ਨਹੀਂ ਰਹਿ ਸਕਦੀ। ਉਹ ਤਾਂ ਗੱਲ ਤੇ ਅਸਮਾਨ ਤੇ ਨਹੀਂ, ਕਿਤੇ ਵੀ ਨਹੀਂ ਰਹਿ ਸਕਦੀ। ਤੂੰ ਛੱਡ ਠੀਕ ਹੋ, ਲਫ਼ਜ਼ ਤੁਸੀਂ ਠੀਕ ਹੋ। ਅਸਮਾਨ ਦਾ ਵੀ ਛੱਡ ਦਿਓ। ਚਲੋ ਠੀਕ ਹੋ, ਅਸਮਾਨ ਕਿਤੇ ਵੀ- ਲਾ ਦਈਏ ਵਿੱਚੋਂ, ਅਸਮਾਨ ਕੱਢ ਦਈਏ ਵਿੱਚੋਂ। ਕਿੱਥੋਂ ਕੱਢ ਆਸਮਾਨ ਦਾ ਸਕਦੇ ਹੋ? ਲਫ਼ਜ਼ ਆਪ ਹੀ ਕਹਿੰਦੇ ਹੋ ਕਿ ਤੁਹਾਡੀ ਉਹ ਅਸਮਾਨ ਤਾਕਤ ਹੀ ਨਹੀਂ ਕੋਈ ਸ਼ਾਇਦ ਤੁਸੀਂ ਕੱਢ ਸਕੋ, ਕੁਝ ਵੀ ਨਹੀਂ ਬਿਲਕੁਲ ਤੁਸੀਂ ਕੱਢ ਸਹੀ। ਸਕਦੇ। ਅੱਛਾ, ਤੇ ਫਿਰ ਉਹ ਕੁਰਾਨ ਦੀ ਅਸਮਾਨ- ਆਇਤ ਦੇ ਵਿੱਚ ਨਹੀਂ ਜੇ ਨਾ ਅਸਮਾਨ ਹੈ ਕਿਧਰੇ, ਤੇ ਮੈਂ ਤਾਂ ਹੀ ਮੈਂ ਤੇ ਨਾ ਤੁਸੀਂ ਸਮਾਨ ਕੱਢ ਸਕਦੇ ਹੋ, ਨਾ ਤੁਸੀਂ ਜ਼ਮੀਨ ਕੱਢ ਸਕਦੇ ਹੋ। ਬਿਲਕੁਲ ਪਹਿਲੋਂ ਨਹੀਂ। ਕਿਸੇ ਨੇ ਕੱਢੀ ਜੇ, ਨਿਕਲਦਾ ਹੀ ਨਹੀਂ ਇਦੋਂ ਹੈ। ਪਹਿਲੋਂ ਜਿਹੜੇ ਦਜਲ ਕਰਦੇ ਰਹੇ ਜੇ, ਕੱਢਣ ਦੀ ਕੋਸ਼ਿਸ਼ ਕਰਦੇ ਰਹੇ ਜੇ, ਉਹ ਵੀ ਗਰਕ ਹੋ ਗਿਆ ਜੇ। ਜਿਸ ਤਰ੍ਹਾਂ ਬਿਲਕੁਲ ਨੂਹ ਹੈ। ਇਸਲਾਮ ਦੀ ਕੌਮ ਗਰਕ ਹੋਈ, ਜਿਸ ਤਰ੍ਹਾਂ ਫਰਿਊਨ ਗਰਕ ਹੋਇਆ। ਆਹ, ਅੱਛਾ, ਕੁੱਲੂ ਨਫਸਿਨ ਜ਼ਾਇਕਾਤੁਲ ਮੌਤ ਦੇ ਵਿੱਚ ਆਸਮਾਨ ਵੀ ਆਉਂਦਾ ਵੇ ਕਿ ਨਹੀਂ? ਜਦੋਂ ਮੈਂ ਦਰਖਾਸਤ ਤੁਹਾਡੇ ਅੱਗੇ ਕੀਤੀ ਹੈ ਕਿ ਮੈਂ 2 ਆਯਾਤ ਜਿਹੜੀਆਂ ਪੜ੍ਹੀਆਂ ਨੇ, 35 ਬਿਲਕੁਲ ਤੇ ਸਹੀ ਹੈ, 36 ਯਾਨੀ ਦਾ ਤਰਜਮਾ ਆਸਮਾਨ ਪੜ੍ਹਦੇ ਆਉਂਦਾ ਹੋ, ਵੇ ਕਿਉਂ ਨਹੀਂ ਨਾ। ਪੜ੍ਹਦੇ ਪਏ? ਉਹ ਗੱਲ ਮੁੱਕ ਗਈ, ਆਸਮਾਨ ਵਿੱਚ ਆਉਂਦਾ ਹੈ ਨਾ। ਕਿਹਦੇ ਵਿੱਚ ਆਉਂਦਾ ਅਸਮਾਨ? ਕਿ ਭਾਈ ਇਹ ਆਸਮਾਨ ਤੇ ਕੋਈ ਜ਼ਾਤ ਜ਼ਿੰਦਾ ਨਹੀਂ ਰਹਿ ਸਕਦੀ ਹੈ। ਆਇਤ ਮੈਂ ਨਾ ਅਸਮਾਨ ਛੱਡ ਕੇ ਜ਼ਮੀਨ ਤੇ ਵੀ ਨਹੀਂ ਰਹਿ ਸਕਦੀ, ਕਿਤੇ ਵੀ ਨਹੀਂ। ਖਬਰ ਤਹਮਲ ਵੀ ਕਰੀਦਾ। ਹਾਂਜੀ, ਅੱਛਾ, ਇਹ ਬਿਸਮਿਲ੍ਲਾਹ, ਨਾ ਮੇਰੇ 'ਚ ਬੜਾ ਵੱਡਾ ਅੱਛਾ, ਸਬਰ ਹੈ। ਸੁਣੋ ਤੇ ਸਹੀ। ਹਜ਼ਰਤ ਈਸਾ ਅਲੈਹਿਸਲਾਮ ਤੇ ਚਲੋ ਆਸਮਾਨ ਤੇ ਜ਼ਿੰਦਾ ਨਹੀਂ ਰਹਿ ਸਕਦੇ, ਲੇਕਿਨ ਹਜ਼ਰਤ ਮੂਸਾ ਅਲੈਹਿਸਲਾਮ ਜ਼ਿੰਦਾ ਆਸਮਾਨ ਤੇ ਰਹਿ ਸਕਦੇ ਨੇ? ਨਹੀਂ, ਵੇਖ ਲਿਆ ਜੇ। ਪਿਆਰੇ ਆਕਾ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਜ਼ਿੰਦਾ ਨਹੀਂ, ਤੇ ਕੋਈ ਵੀ ਜ਼ਿੰਦਾ ਨਹੀਂ, ਸਭ ਉਸ ਤੋਂ ਪਹਿਲਾਂ ਫੌਤ ਹੋ ਗਏ ਨੇ। ਅੱਛਾ ਜੀ, ਅੱਛਾ, ਹਜ਼ਰਤ ਮੂਸਾ ਅਲੈਹਿਸਲਾਮ ਵੀ ਜ਼ਿੰਦਾ। ਅੱਛਾ ਲੰਮਾ ਕਰਦੇ ਹੋ ਨਾ, ਇਹ ਅੱਛਾ, ਇਹ ਚੰਗਾ ਨਹੀਂ। ਅੱਛਾ, ਨਹੀਂ ਸਮਝਦਾਰੀ ਵਾਲੀ ਗੱਲ ਕਰੋ, ਸੋਹਣੀ ਗੱਲ ਕਰੋ। ਅੱਛਾ, ਐਡੀ ਜੂਤਾਂ ਵਾਲੀ ਗੱਲ ਨਾ ਮੇਰੇ ਕੋਲ ਨਹੀਂ ਜੇ ਇੱਥੇ ਬੈਠ ਕੇ ਹੁੰਦੀ ਤੇ ਨਾ ਮੈਂ ਕਰਨ ਦਿੰਦਾ ਬਿਲਕੁਲ ਜੀ। ਠੀਕ, ਬਿਲਕੁਲ ਠੀਕ। ਅੱਛਾ, ਇਹ ਨਾ ਸੋਹਣੀ ਜ਼ਰਾ ਗੱਲ ਕਰੋ, ਅੱਛੇ। ਜੀ ਬਿਲਕੁਲ ਠੀਕ। ਇਹ ਜ਼ਰਾ ਤਸਵੀਰ ਥੋੜੀ ਜਿਹੀ ਵੱਡੀ ਕਰੋਗੇ ਕਿਹਦੀ? ਮੇਰੀ? ਅੱਛਾ, ਇਹ ਜਨਾਬ ਤੁਹਾਡੀ ਤਸਵੀਰ ਵੱਡੀ ਹੋ ਗਈ। ਬਿਸਮਿਲ੍ਲਾ। ਚਲੋ ਜੀ, ਬੜੀ ਮਿਹਰਬਾਨੀ।
ਇਹ ਰੂਹਾਨੀ ਖਜ਼ਾਇਨ ਤੁਹਾਡੀ ਹੀ ਕਿਤਾਬ ਹੈ ਕਿ ਮੇਰੀ ਹੀ ਹੈ? ਕੁਰਾਨੇ ਪਾਕ ਦੀ ਗੱਲ ਹੋਣ ਦੀ ਹੈ, ਕੁਰਾਨੇ ਪਾਕ ਦੀ। ਬਿਲਕੁਲ ਸਹੀ ਹੈ, ਬਿਲਕੁਲ ਸਹੀ। ਮਿਰਜ਼ਾ ਸਾਹਿਬ ਫਰਮਾਉਂਦੇ ਨੇ ਕਿ ਹਾਜ਼ਾ ਹੁਆ ਮੂਸਾ ਫਤੱਲਾਹੁੱਲਾਜ਼ੀ ਅਸ਼ਾਰਅੱਲਾਹੂ। ਕੈਮਰਾ ਬੰਦ ਕਰ ਛੜਿਆ ਜੇ, ਵੇਖ ਲਓ। ਕੁਰਾਨੇ ਪਾਕ ਦੀ ਗੱਲ ਹੋ ਰਹੀ ਹੈ, ਕੁਰਾਨੇ ਪਾਕ ਦੀ ਕਿਤਾਬਾਂ ਦਾ ਖੋਲ। ਜਦੋਂ ਮੈਂ ਕਿਤਾਬਾਂ ਖੋਲਾਂਗਾ ਫਿਰ ਤੰਗ ਹੋ ਜਾਏਗਾ। ਠੀਕ ਹੈ, ਲੇਕਿਨ ਇਹ ਵੇ ਕਿ ਮਿਰਜ਼ਾ ਸਾਹਿਬ ਫਰਮਾਉਂਦੇ ਨੇ ਕਿ ਹਜ਼ਰਤ ਮੂਸਾ अलैहिस्सलाम जिंदा आसमान ਤੇ ਮੌਜੂਦ ਨੇ। ਮੁਬਸ਼ਰ ਸਾਹਿਬ, ਤੁਹਾਨੂੰ ਮੈਂ ਪਹਿਲੋਂ ਇਹ ਗੱਲ ਸਮਝਾਈ ਹੈ ਕਿ ਕੁਰਾਨੇ ਪਾਕ ਦੀ ਗੱਲ ਹੋ ਰਹੀ ਹੈ, ਕੁਰਾਨ ਤੇ ਗੱਲ ਕਰਦੇ ਹੋ। ਜਦੋਂ ਤੁਹਾਨੂੰ ਕੋਲ ਗੱਲ ਕੋਨੀ ਹੁੰਦੀ ਤੇ ਫਿਰ ਤੁਸੀਂ ਕੁਰਾਨ ਪਾਕ ਨੂੰ ਛੱਡ ਕੇ ਹਜ਼ਰਤ ਮਸੀਹ ਮੌਦ अलैहिस्सलाम ਦੀਆਂ ਕਿਤਾਬਾਂ ਪਿੱਛੇ ਲੁਕਣ ਲੱਗ ਪੈਂਦੇ ਹੋ। ਇਸ ਤਰ੍ਹਾਂ ਨਹੀਂ ਕੰਮ ਹੁੰਦਾ, ਇਸ ਤਰ੍ਹਾਂ ਨਹੀਂ ਗੱਲ ਹੁੰਦੀ। ਆ ਕੇ ਗੱਲ ਖੁਦਾ ਦੇ ਕਰਾਂਗਾ ਨਾ, ਜਦੋਂ ਮਿਰਜ਼ਾ ਸਾਹਿਬ ਨੇ ਲਿਖਿਆ ਕਿ ਕੁਰਾਨੇ ਪਾਕ में मौजूद है ਥੱਲੇ ਵੀ ਮਾਰਾਂਗਾ। मूसा अलैहिस्सलाम जिंदा आसमान पे मौजूद है। ਉਹ ਠੀਕ ਹੈ, ਉਹ ਤੁਹਾਡੀ ਮਰਜ਼ੀ ਹੈ, ਤੁਹਾਡੀ ਖੁਸ਼ੀ ਹੈ। ਤੇ ਗੱਲ ਹੈ ਵੇ ਕਿ ਤੁਸਾਂ ਇਹ ਮੇਰਾ ਇੱਕ ਤੇ ਜ਼ਿਆਦਤੀ ਕੀਤੀ ਕਿ ਮੇਰਾ ਕੈਮਰਾ ਬੰਦ ਕੀਤਾ। ਦੂਸਰਾ, ਮਿਰਜ਼ਾ ਸਾਹਿਬ ਦੀ ਤੁਸੀਂ ਕਿਤਾਬ ਨਹੀਂ ਪੜ੍ਹਨ ਦਿੰਦੇ ਪਏ। ਤੀਸਰਾ, ਮਿਰਜ਼ਾ ਸਾਹਿਬ ਨੇ ਖੁਦ ਲਿਖਿਆ ਹੈ। ਮੈਂ ਕੋਈ ਤੁਹਾਨੂੰ ਗਾਲ ਨਹੀਂ ਕੱਢ ਰਿਹਾ, ਨਾ ਹੀ ਤੁਹਾਡੇ ਮਿਰਜ਼ਾ ਸਾਹਿਬ ਨੂੰ। ਮੈਂ ਵੇਖੋ ਬੜੇ ਅਦਬ ਨਾਲ ਗੱਲ ਕਰ ਰਿਹਾ ਵਾਂ, ਤੇ ਜੇ ਇਸ ਅਦਬ ਨਾਲ ਵੀ ਤੁਸੀਂ ਗੱਲ ਨਾ ਸੁਣ। ਮਿਰਜ਼ਾ ਸਾਹਿਬ ਤੇਰੇ ਵਾਸਤੇ ਹੁਜਤ ਨੇ, ਕੁਰਾਨ ਪਾਕ ਤੇਰੇ ਵਾਸਤੇ ਹੁਜਤ ਨਹੀਂ। ਗੱਲ ਤੂੰ ਕੁਰਾਨੇ ਪਾਕ ਦੇ ਕਰਨ ਲੱਗਾ ਹੈ, ਗੱਲ ਆਯਾਤ ਦੀ ਹੋਣ ਰਹੀ ਹੈ, ਤੇ ਤੂੰ ਅੱਗੋਂ ਕਿਤਾਬ ਜਾ ਕੇ ਖੋਲੀ ਰੂਹਾਨੀ ਖਜ਼ਾਇਨ। ਇੰਨਾ ਕੋ ਤੁਹਾਡਾ ਇਲਮ ਹੈ, ਇੰਨੀ ਕੋ ਤੁਹਾਡੀ ਹਿੰਮਤ ਹੈ ਕੁਰਾਨੇ ਪਾਕ ਤੇ ਗੱਲ ਕਰਨ ਦੀ। ਬੜੇ ਤੂੰ ਚਾਅ ਨਾਲ ਆ ਕੇ ਮੈਨੂੰ ਪੁੱਛਿਆ ਕਿ ਜੀ ਕਿੱਥੋਂ ਕੁਰਾਨ ਪਾਕ ਪੜ੍ਹਦੇ ਹੋ? ਮੈਂ ਕਿਹਾ ਜੀ ਸੂਰਤ ਨੰਬਰ 21 ਸੂਰਤ ਅੰਬੀਆ, ਕੁਰਾਨੇ ਪਾਕ ਦਾ ਸਿਪਾਰਾ ਨੰਬਰ 17 ਆਯਾਤ ਨੰਬਰ 35-36। ਤੇਰੇ 'ਚ ਹਿੰਮਤ ਨਹੀਂ ਸੀ? ਇਧਰ ਧਿਆਨ ਨਾਲ ਸੁਣ। ਫਿਰ ਐਡੀ ਜਿਹੜੀ ਤੇਰੀ ਗੁਫ਼ਤਗੂ ਹੈ ਨਾ, ਬੜੀ ਹੁਸ਼ਿਆਰੀ ਚਲਾਕੀ ਵਾਲੀ, ਉਹ ਮੈਨੂੰ ਨਹੀਂ ਚਾਹੀਦੀ। ਕਿਉਂਕਿ ਮੈਂ ਵੀ ਨਾ ਅੱਲਾ ਦਾ ਕੁਰਾਨ ਪੜ੍ਹਨ ਵਾਸਤੇ, ਤੇ ਮੈਂ ਇਸ ਤਰ੍ਹਾਂ ਹੀ ਬਹਿ ਕੇ ਪੜ੍ਹਨਾ ਲਾਈਫ, ਤੇ ਤਰਜਮੇ ਨਾਲ ਪੜ੍ਹਨਾ, ਤੇ ਮੈਂ ਪੜ੍ਹਨਾ ਹੁੰਦਾ। ਮੇਰੇ ਕੋਲ ਟਾਈਮ ਥੋੜਾ ਹੁੰਦਾ, ਨਾ ਕਿ ਮੈਂ ਤੇਰੀ ਕੱਜ ਵੈਸੀ ਸੁਣਦਾ ਰਵਾਂ ਤੈਨੂੰ ਇੱਥੇ ਉੱਤੇ ਬਹਾ ਕੇ ਤੇ ਤੂੰ ਮੇਰੇ ਪਿਆਰਿਆਂ ਦੇ ਖਿਲਾਫ ਜ਼ਬਾਨ ਦਰਾਜ਼ੀ ਕਰੇ। ਇੰਨੀ ਮੈਂ ਛੂਟ ਨਹੀਂ ਦਿੰਦਾ। ਜਿਹੜੇ ਮੇਰੇ ਪਿਆਰੇ ਸੁਣਦੇ ਨੇ ਪੈ, ਉਹ ਜ਼ਰਾ ਗੌਰ ਕਰਿਆ ਜੇ ਕਿ ਜਿਹੜਾ ਮੈਂ ਤਰਜਮਾ ਪੜ੍ਹਿਆ, ਤੇ ਮੈਂ 2-3 ਦਫਾ ਮੁਫਤੀ ਮੁਬਸ਼ਰ ਸਾਹਿਬ ਨੂੰ ਇਹ ਲਫ਼ਜ਼ ਬੋਲੇ ਨੇ ਕਿ ਮੁਫਤੀ ਸਾਹਿਬ ਤੁਸੀਂ ਤਰਜਮਾ ਪੜ੍ਹਦੇ ਹੋ, ਪਰ ਉਹ ਅੱਗੋਂ ਫਿਰ ਉਹਨਾਂ ਦੀ ਨਹੀਂ ਪੇਸ਼ ਗਈ। ਉਹਨਾਂ ਸਮਝਿਆ ਕਿ ਇਹਨੂੰ ਕੋਈ ਪਤਾ ਹੈ, ਕੁਰਾਨ ਪਾਕ ਦੀ ਗੱਲ ਨਹੀਂ ਕਰ ਸਕਿਆ, ਤੇ ਅੱਗੋਂ ਜਾ ਕੇ रूहानी खुजाइन उस खोल ली है। इधर गौर करे जे मेरे प्यारे, मैं दोबारा तर्जुमा पढ़ना। और हमने किसी बशर को तुझसे पहले हमेशगी अता नहीं की, बस अगर तू मर जाए तो क्या वो हमेशा रहने वाले होंगे। मेरा खुदा कुरान पाक च फरमा रहा है कि तेरे तो पहला किसी नूं भी हमेशा दी जिंदगी नहीं दिती, ते फिर अगर तू ही फौत हो जाए तो वो हमेशा जिंदे रहेंगे, कोई भी नहीं रहेगा। मेरे नबी प्यारे आका हजरत मुहम्मद मुस्तफा सल्लल्लाहु अलैहि वसल्लम अंबिया दे सरदार, नबियां दे सरदार, जो प्यारे आका फौत हो गए ने तो उस तो पहला सारे अंबिया फौत हो गए ने, अल्लाह नू प्यारे हो गए ने। इत्थे मेरा खुदा दस रहा कि जे जिंदा रखता तो तेनू रखदा, जे तेनू हमेशगी नहीं देन दिया ते तेरे तो पहला भी सारे फौत हो गए ने। ते यही मैं गल कर रहा सा। मौलवी मशर साहब मेरे नाल ऐसे गल वास्ते उत्ते आए सन, ते फिर पेश नहीं गई जी। मुफ्ती साहब को कुछ नहीं पता। आप मुझे ये बताएं, आपको कुरान ज्यादा आता है या मिर्जा कादियानी को ज्यादा आता था? तेरी भी जुबान च मिठास चौकी, चल तू भी थले। जी मुस्लिम साहब अस्सलाम वालेकुम। चंगा कीता जी, इन्हां नूं जेड़ा आवे बस थल्ले सुੱਟੋ। नहीं वेखो, जिस बंदे नूं गल करन दी तमीज़ नहीं, गल करन दा पता नहीं, गल कुराने पाक दी हुंदी है, इन्हां कोल जवाब को नहीं हुंदा, कुरान ते गल नहीं कर सकदे, कोई जाके होर किताब खोल लैंदे ने। इहदा मतलब की होया
ਜੀ ਨਹੀਂ ਇਲਮ ਨਹੀਂ ਨਾ ਹੈ, ਬਸ ਇਲਮ ਹੋਵੇ ਤੇ ਗੱਲ ਨਾ ਖਤਮ ਹੋ ਜਾਏ। ਇਲਮ ਹੀ ਤੇ ਹੈ ਨਹੀਂ ਤੇ ਨਾ ਸਿੱਖਣਾ। ਨਾਲੇ ਜਿਹੜੇ ਮੇਰੇ ਭੈਣ ਭਾਈ ਮੇਰੇ ਪਿਆਰੇ ਮੈਨੂੰ ਸੁਣਦੇ ਨੇ, ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੇਰੇ ਕੋਲ ਸਿਰਫ 1 ਘੰਟਾ ਟਾਈਮ ਹੁੰਦਾ ਤੇ ਕੁਰਾਨ ਪਾਕ ਦੀ ਤਿਲਾਵਤ ਬਮਾ ਉਰਦੂ ਤਰਜਮਾ। ਤੇ ਜੇ ਕੁਰਾਨ ਤੇ ਗੱਲ ਨਹੀਂ ਕਰਨ ਦੀ ਹਿੰਮਤ ਹੁੰਦੀ ਤੇ ਫਿਰ ਕਿਹੜੀ ਲੋੜ ਹੁੰਦੀ ਆ ਆਉਣ ਦੀ? ਕਿਉਂਕਿ ਮੈਂ ਤੇ ਆਪਣੀ ਰੁਟੀਨ ਨਾਲ ਬਹਿ ਕੇ ਤਿਲਾਵਤ ਕਰਕੇ ਤੇ ਉੱਠ ਕੇ ਤੇ ਆਪਣਾ ਕੰਮ ਕਰਨਾ ਹੁੰਦਾ ਹੈ। ਤੇ ਮੁਫਤੀ ਸਾਹਿਬ ਨੂੰ ਦੱਸਿਆ ਫਿਰ ਮੈਂ, ਜੀ ਬਿਲਕੁਲ ਚੌਧਰੀ ਸਾਹਿਬ ਇਸ ਤਰ੍ਹਾਂ ਹੀ ਗੱਲ ਹੈ, ਹਕੀਕਤ ਹੈ। ਕੋਈ ਗੱਲ ਨਹੀਂ, ਜਿਹੜਾ ਖੁੱਲੇਗਾ ਉਹਨੂੰ ਬੰਨੀ ਆਵਾਂਗੇ। ਜੱਟਾਂ ਦਾ ਕੰਮ ਹੀ ਇਹ ਹੁੰਦਾ, ਜਾਨਵਰ ਖੁੱਲ ਵੀ ਜਾਣ, ਜਿੰਨਾ ਮਰਜ਼ੀ ਮਾਲ ਡੰਗਰ ਹੋਵੇ ਜੱਟ ਕਾਬੂ ਕਰ ਲੈਂਦੇ ਨੇ। ਜੱਟਾਂ ਦੇ ਹੱਥ 'ਚ ਡੰਡਾ ਹੁੰਦਾ ਹੈ। ਮਤਲਬ ਮੈਂ ਤੇ ਇਸੇ ਤੋਂ ਯਾਦ ਦਿੱਤਾ ਸੀ, ਜੱਟ ਮੁਕਾਬਲਾ ਮੌਲਵੀ। ਇਹ ਕੰਮ ਡਾਢਾ ਹੋ ਗਿਆ ਸੀ। ਉਹਨੂੰ ਇਹ ਨਹੀਂ ਸਮਝ ਲੱਗੀ, ਜੱਟਾਂ ਨੇ ਤੇ ਇਹੋ ਜਿਹੇ ਮੌਲਵੀ ਵੰਜੀ ਰੱਖੇ ਹੁੰਦੇ ਨੇ। ਉਹਨੂੰ ਇਸ ਗੱਲ ਦੀ ਸਮਝ ਨਹੀਂ ਲੱਗੀ ਕਿ ਜਿਹੜਾ ਬੰਦਾ ਇਸ ਤਰ੍ਹਾਂ ਲਾਈਫ ਬਹਿ ਕੇ ਸਾਹਮਣੇ ਫੋਟੋ ਲਾ ਕੇ ਤੇ ਪੂਰਾ ਐਡਰੈਸ ਦੇਣ ਡਿਆ, ਇਹ ਦੱਸਦਾ ਪਿਆ ਕਿ ਮੌਲਵੀ ਸਾਹਿਬ ਐਵੇਂ ਨਹੀਂ ਬਈਦਾ, ਤੇ ਉਹ ਏਡਾ ਕੋ ਜੁੱਲੀ ਚੁੱਕ ਨਹੀਂ ਆ ਜਿਹੜਾ ਦੱਸਣ ਡਿਆ ਮੈਂ ਫਲਾਣੇ ਪਿੰਡ ਦਾ, ਫਲਾਣੇ ਦਾ ਪੁੱਤਰ, ਫਲਾਣੇ ਦਾ ਮੇਰੇ ਨਾਨਕੇ ਨਹੀਂ। रिसर्चर साहब अस्सलाम वालेकुम रहमतुल्लाहि व बरकातुहू। वालेकुम सलाम बाबा जी, की हाल है? ठीक हो? अल्लाह दा ihsan, दुआवां तुहाडीआं, शुक्र ओदी ज़ात दा, अल्हम्दुलिल्लाह। तुसीं साडीआं गल्लां सुन रहे हो दोवां दीआं? सुन रहे सां बिल्कुल। ਇਹਦੇ ਜਿਹੜਾ ਤੁਸੀਂ ਤਰਫੈਨ ਬਣ ਕੇ ਤੀਸਰਾ ਫਰੀਕ ਬਣ ਕੇ ਜੋ ਮੌਲਵੀ ਮਸ਼ਰ ਸਾਹਿਬ ਦੀ ਤੇ ਮੇਰੀ ਗੱਲ ਹੋਈ ਉਹਦਾ ਤੁਸੀਂ ਫੈਸਲਾ ਕਰਨਾ। ਜੋ ਸ਼ੁਰੂ ਤੋਂ ਤੁਸੀਂ ਸੁਣੀ ਹੈ ਸਾਰੀ ਗੱਲ, ਜਰਾ ਥੋੜੀ ਜਿਹੀ ਵਜ਼ਾਹਤ ਕਰੇ ਮੇਰੇ ਪਿਆਰੇ, ਜਰਾ ਤੁਹਾਡੀ ਜ਼ੁਬਾਨੀ ਸੁਣਨਾ, ਤੁਸੀਂ ਬੈਠੇ ਸੋ ਮੌਜੂਦ ਸੋ। जी बिल्कुल नहीं, मैं कादियानी नहीं, अहमदी नहीं, मैं मुसलमान हाँ, सुन्नी हाँ। ते लेकिन जिस टाइम ते तुसी गल कुरान मजीद दी कर रहे हो ते उन्हां नूं रूहानी खज़ान दी गल नहीं करनी चाहिए सी, जी क्योंकि ਤੁਸੀਂ ਇੱਕ ਅੱਛੇ ਇਨਸਾਨ, ਇੱਕ ਛੋਟੀ ਮੇਰੀ ਅਰਜ਼ ਸੁਣ ਲਓ। ਤੁਸੀਂ ਇੱਕ ਅੱਛੇ ਇਨਸਾਨ ਹੋ, ਤੁਸੀਂ ਚੰਦ ਦਿਨ ਪਹਿਲਾਂ ਗਏ ਹੋ, ਉਮਰਾ ਕਰਨ ਗਏ ਹੋ, ਉਮਰੇ ਦੀ ਤੁਹਾਨੂੰ ਸਾਦਤ ਪਾਈ ਹੈ। ਤੁਹਾਡੇ ਅੱਗੇ ਮੈਂ ਦਰਖਾਸਤ ਕੀਤੀ ਕਿ ਰਿਸਰਚਰ ਭਾਈ ਸਾਡੇ ਜੋਗੀ ਵੀ ਦੁਆ ਕਰਨੀ ਹੈ, ਆਪਣੇ ਵਾਸਤੇ ਵੀ ਕਰਨੀ ਹੈ, ਠੀਕ ਹੈ। ਤੁਸੀਂ ਮੁਹੱਬਤ ਦਾ ਇਜ਼ਹਾਰ ਕੀਤਾ, ਤੁਸੀਂ ਮੈਨੂੰ ਕਿਹਾ ਬਾਬਾ ਜੀ ਮੈਂ ਕਿਸੇ ਵੀ ਲਾਈਫ ਤੇ ਜਾ ਕੇ ਨਹੀਂ ਬਹਿੰਦਾ, ਕਿਸੇ ਦੇ ਕੋਲ ਵੀ। ਮੈਨੂੰ ਤੁਹਾਡੀ ਗੱਲ ਅੱਛੀ ਲੱਗਦੀ ਹੈ, ਮੈਂ ਤੁਹਾਡੀ ਲਾਈਫ ਤੇ ਆ ਕੇ ਬਹਿਣਾ ਵਾਂ ਤੇ ਮੈਂ ਵੀ ਤੁਹਾਨੂੰ ਇੱਜ਼ਤ ਇਖਤਰਾਮ ਦੇਣਾ। ਜਿਹੜਾ ਪਿਆਰਾ ਕੋਈ ਵੀ ਸਾਡੇ ਕੋਲ ਆਏ, ਜ਼ਰੂਰੀ ਨਹੀਂ ਸਾਡੇ ਖਿਲਾਫ, ਕਿਸੇ ਦੇ ਖਿਲਾਫ ਹੀ ਨਾ ਬੋਲੇ। ਤੁਸੀਂ ਅਹਿਲੇ ਸੁन्नत ਜਮਾਤ ਦੇ ਹੋ, ਕੋਈ ਅਹਿਲੇ ਤਸ਼ੀਏ, ਅਹਿਲੇ ਹਦੀਸ ਹੈ, ਕਿਸੇ ਵੀ ਮਸਲਕ ਦਾ, ਤੁਹਾਡਾ ਬਰਤਨ ਨੇ ਚੀਜ਼ ਪਾਈ ਹੈ ਉਹ ਤੁਹਾਨੂੰ ਉਹਦੀ ਸਮੈਲ ਆਉਂਦੀ ਹੈ। ਇਹ ਗੱਲ ਹਕੀਕਤ ਹੈ ਕਿ ਨਹੀਂ ਬਾਜੀ? जी बिल्कुल सही कह रहे हो। ते बहरहाल तुसी माशाल्लाह बहुत अच्छा काम कर रहे हो, अल्लाह ताला मज़ीद और हिम्मत अता फरमाए। ते ठीक है, तुसी अपना तिलावत करो, मैं सुन रही हूँ। ठीक है भाईजान, अल्लाह हाफिज़। वालेकुम सलाम रहमतुल्लाहि व बरकातहू। जाहिद गुजर साहब ने जी मैं लेना उत्ते, मैं समझा पता नहीं केड़ी आईडी है, मैनू समझ नहीं सी, मैं ना मुनासिब नहीं समझदा। मैं ना एवें सुबह ना तलावत करनी होंदी है, तलावत का टाइम होंदा है, तो इस वास्ते मैं ना मुनासिब नहीं समझदा किसी नाल ना ऐसी वैसी बहस होवे ना। मेरी आदत है एवें किसी नाल सिर डाई रखना एवें। जट साहब सिर्फ छोटा जा पैगाम सुन लो ते फिर भावें ला दिया जे। नहीं एक मिनट मेरी छोटी यार सुन लो, ये पैगाम मैं थोड़े सारे सुनागा मुफ्ती साहब के। अच्छा नहीं, मैं सिर्फ मैनू जल्दी मैं चलना वा। अच्छा वीडियो मैं ना अपलोड कर दी है तो बाद च वेख लिया जे आपा ही। सिर्फ एक मिनट जी, एक मिनट। मैं ना इस गड्डी का सवार नहीं, ना मेरा दिल करदा किसी का दिल दिखावा ते ना मैं किसी नूं दिखाण देना वा। बिल्कुल सही है। इत्थे जिन्ने भी प्यारे सुनते सन ना पै गल मुफ्ती साहब कुराने पाक दी हो रही सी। कुराने पाक दा मैं तर्जमा पढ़ रहा सां, तुहाडे अगे भी दरखास्त कीती सी कि जिहड़ियां मैं 2 आयात पढ़ियां ने तुसीं दोबारा पढ़ दिओ। तुसीं दोबारा आयात नहीं पढ़ियां, तुसीं अगों रूहानी खुजाइन खोल लिए। गल कुरान दी हो रही है ਤੇ ਜਿੱਥੇ ਕਿਤਾਬਾਂ ਦੀ ਗੱਲ ਹੁੰਦੀ ਹੈ ਨਾ, ਉਹਨਾਂ ਆਈਡੀਆਂ ਤੇ ਉਹ ਵੀ ਕਿਤਾਬਾਂ ਖੋਲ ਕੇ ਅੱਗੇ ਬੈਠੇ ਹੁੰਦੇ ਨੇ ਬਾਬਿਆਂ ਸਾਰਿਆਂ ਦੀਆਂ। ਉੱਥੇ ਕਿਤਾਬਾਂ ਮੇਰਾ ਵੀ ਪੜਿਆ ਆਪਣੀ ਕਰੋ। ਤਕਰੀਰ ਸੁਣਾਉਂਦੇ ਹੋ ਤੇ ਮੈਨੂੰ ਜਦੋਂ ਸੁਣਾਉਣ ਦੀ ਵਾਰੀ ਆਉਂਦੀ ਹੈ ਤੁਸੀਂ ਥੱਲੇ ਲਾ ਦਿੰਦੇ ਹੋ ਜਾਂ ਮਾਈਕ ਮਿਊਟ ਕਰ ਦਿੰਦੇ ਹੋ।
ਫਿਰ ਜਿਵੇਂ ਮੈਂ ਵੇਖੋ, ਬੋਲਦਾ ਨਾ ਜੇ ਤੁਸੀਂ ਸੁਣਾਉਂਦੇ ਹੋ ਨਾ ਵੀ ਅਗਰ ਤੁਹਾਡੀ ਬਰਾੜ ਹੈ ਤੇ ਹੁਣ ਇਹਦਾ ਮਤਲਬ ਹੈ ਤੇ ਨਹੀਂ ਕਿ ਤੁਸੀਂ ਹੁਣ ਜਨਾਬ ਇੱਥੇ ਜ਼ੁਲਮ ਤੇ ਜ਼ਿਆਦਤੀ ਕਰੋ। ਔਰ ਬਾਈ ਜੇ ਤੁਸੀਂ ਅਗਲੇ ਨੂੰ ਸੁਣਾਉਂਦੇ ਹੋ ਪਏ ਤੇ ਅਗਲੇ ਦੀ ਵੀ ਸੁਣਨ ਦੀ ਹਿੰਮਤ ਤੇ ਰੱਖੀਦਾ ਹੁੰਦਾ। ਚੌਧਰੀ ਸਾਹਿਬ ਹਜੇ ਹੁਣ ਤੁਸੀਂ ਹਵਾਲੇ ਮੈਨੂੰ ਇੰਨੇ ਦਿੱਤੇ ਤਤਲੇ ਵਾਲੀ ਤੇ ਇੱਧਰ ਗੁਜਰਾਂ ਵਾਲਾ, ਤੇ ਉੱਥੇ ਤੇ ਭਲਵਾਨਾਂ ਦਾ ਸ਼ਹਿਰ ਹੈ ਤੇ ਬੜੇ ਮੁਹੱਜ਼ਬ ਲੋਕ ਨੇ, ਤੇ ਤੁਸੀਂ ਤੇ ਮੇਰੇ ਗੁਆਂਢੀ ਹੋ, ਮੈਂ ਵੀ ਤਤਲੇ ਵਾਲੀ ਦਾ ਹੀ ਹਾਂ, ਤੇ ਤੁਸੀਂ ਇੰਜ ਦੇ ਉਹ ਮੈਨੂੰ ਤੁਹਾਡਾ ਜਿਹੜਾ ਬਿਹੇਵ ਅੱਛਾ ਨਹੀਂ ਜੇ ਲੱਗਾ ਬਿਲਕੁਲ ਵੀ। ਕਿਵੇਂ ਦਾ? ਦੇਖੋ ਸਾਡਾ ਤੇ ਤੁਹਾਡਾ ਅਕੀਦੇ ਦਾ ਭਾਵੇਂ ਇਖਤਲਾਫ ਹੈ, ਲੇਕਿਨ ਇਹ ਜਿੰਜ ਦੀ ਚਵਲ ਤੁਸੀਂ ਮਾਰੀ ਹੈ ਨਾ ਮਾਸ਼ਾਅੱਲਾ, ਤੇ ਬੜਾ ਦਿਲ ਦੁਖਿਆ ਹੈ ਮੇਰਾ। ਤੇ ਬਹਰਹਾਲ ਮੈਂ ਤੁਹਾਡੇ ਨਾਲ ਜ਼ਿਆਦਾ ਗੱਲ ਨਹੀਂ ਕਰਨੀ, ਤੇ ਇਹ ਵੇ ਕਿ ਵੀਡੀਓ ਮੈਂ ਅਪਲੋਡ ਕਰ ਛੜੀ ਜੀ ਆਪਣੀ ਪ੍ਰੋਫਾਈਲ ਤੇ ਤੁਸੀਂ ਸਾਡੇ ਅਦਬ ਦੇ ਮੁਕਾਮ ਤੇ ਹੋ। ਮੈਂ ਤੁਹਾਡੇ ਨਾਲ ਅਦਬ ਨਾਲ ਹੀ ਗੱਲ ਕੀਤੀ ਹੈ, ਕੋਈ ਬਦਤਮੀਜ਼ੀ ਨਹੀਂ, ਕੋਈ ਕੁਝ ਨਹੀਂ ਕੀਤਾ। ਲੇਕਿਨ ਬਹਰਹਾਲ ਤੁਸੀਂ ਚੌਧਰੀ ਸਾਹਿਬ ਚੌਧਰੀ ਹੋਣ ਦਾ ਕੋਈ ਸਬੂਤ ਨਹੀਂ ਜੇ ਦਿੱਤਾ, ਤੇ ਰੱਬ ਰੱਖਾ ਵੀਡੀਓ ਵੇਖ ਲਿਆ ਜੇ ਆਪੀ ਮੇਰੀ ਗੱਲ ਹੁਣ ਸੁਣ ਜੀ ਪੂਰੀ ਗੱਲ ਮੈਂ ਤੇਰੀ ਮੁਕੰਮਲ ਸੁਣਾਂਗੇ। ਜਿੰਨਾ ਤੱਕ ਤੂੰ ਬੋਲਣਾ ਹੁਣ ਬੋਲ, ਤੇ ਮੇਰੀ ਗੱਲ ਸੁਣ ਕੇ ਜਾਈ। ਫਿਰ ਹਾਂ ਸੁਣਾਓ। ਮੁਕੰਮਲ ਹੋ ਗਈ ਤੁਹਾਡੀ? ਹੋਰ ਸੁਣਾ ਲਵਾਂ? ਸੁਣਾ ਲੈ। ਅੱਛਾ ਚਲੋ। ਅੱਛਾ ਗੱਲ ਹੈ ਵੇ ਕਿ ਤਮੀਜ਼ ਦੇ ਦਾਇਰੇ ਬਿਲਕੁਲ ਤਮੀਜ਼ ਦੇ ਦਾਇਰੇ ਤੇ ਦੇਖੋ, ਮੈਂ ਤੇ ਮਿਰਜ਼ਾ ਸਾਹਿਬ ਕਰਕੇ ਗੱਲ ਕਰਨਾ ਵਾ, ਕੋਈ ਗਲਤ ਬਿਆਨੀ ਤੇ ਨਹੀਂ ਕੀਤੀ। ਮਿਰਜ਼ਾ ਸਾਹਿਬ ਹੀ ਕਿਹਾ ਸੀ ਨਾ ਪਹਿਲੇ ਵੀ, ਕੋਈ ਐਸੀ ਬਦਤਮੀਜ਼ੀ ਕੀਤੀ ਤੁਸੀਂ ਤੇ ਇਹ ਮਤਲਬ ਉਹ ਹੱਥ 'ਚ ਡੰਡਾ ਫੜ ਕੇ ਤੇ ਨਾਰੇ ਤੁਸੀਂ ਤੁਹਾਡੇ ਨੇ ਲਵ ਫਾਰ ਆਲ ਹੇਟਡ ਫਾਰ ਨਨ, ਇਹ ਕੋਈ ਤਰੀਕਾ ਵੀ? ਇਹ ਕੋਈ ਤਰੀਕਾ ਹੈ ਤੁਹਾਡਾ? ਮਤਲਬ ਮੈਂ ਮਿਰਜ਼ਾ ਸਾਹਿਬ ਕਰਕੇ ਗੱਲ ਕਰ ਰਿਹਾ, ਤੁਹਾਡਾ ਆਪ ਜਨਾਬ ਕਰਕੇ ਗੱਲ ਕਰ ਰਿਹਾ ਵਾਂ, ਮੈਂ ਤੇ ਤੂੰ ਤਕਾੜ ਵੀ ਨਹੀਂ ਕੀਤੀ ਤੁਹਾਡੇ ਨਾਲ। ਉਹ ਗੱਲ ਹੈ ਵੇ, ਇਹ ਤਰੀਕਾ ਨਹੀਂ। ਦੇਖੋ ਜਿਹੜਾ ਨਾਰਾ ਲਾਉਂਦੇ ਹੋ ਨਾ ਪੇ, ਉਸ ਨਾਰੇ ਦਾ ਪਾਸ ਰੱਖੋ ਕਮ ਅਜ਼ ਕਮ। ਲੋਕਾਂ ਨੂੰ ਲਵ ਫਾਰ ਆਲ ਤੇ ਹੇਟਡ ਫਾਰ ਨਨ, ਤੇ ਉਂਝ ਆਪਣੀਆਂ ਬਰਾਡਾਂ ਦੇ ਬਹਿ ਕੇ ਚੌਧਰੀ ਬਣਨਾ ਔਰ ਆਪਣੀ ਨੱਪ ਕੇ ਰੱਖਣਾ ਅਗਲੇ ਬੰਦੇ ਕਿਸੇ ਦੀ ਸੁਣਨੀ ਨਹੀਂ, ਇਹ ਤਰੀਕਾ ਕੋਈ ਸਹੀ ਨਹੀਂ ਹੈ। ਕਹਾਣੀਆਂ ਨਹੀਂ ਸੁਣਾਓ, ਆਪਣਾ ਮੁੱਦਾ ਪੇਸ਼ ਕਰੋ। ਆਪਣਾ ਮੁੱਦਾ ਹੈ ਵੇ ਕਿ ਮੈਂ ਇਹ ਕਹਿਣਾ ਸੀ ਕਿ ਹਜ਼ਰਤ ਈਸਾ ਅਲੈਹਿਸਲਾਮ ਜਾਂ ਹਜ਼ਰਤ ਮੂਸਾ ਅਲੈਹਿਸਲਾਮ ਉਹ ਜ਼ਿੰਦਾ ਹੋਣ ਜਾਂ ਮੁਰਦਾ ਹੋਣ, ਇਹ ਮਿਰਜ਼ਾ ਸਾਹਿਬ ਕਿਹੜੀ ਨੁੱਕਰ 'ਚ ਜਾ ਕੇ ਉਹ ਸੱਚੇ ਸਾਬਤ ਹੋਣਗੇ? ਜੀ ਮੈਂ ਗੱਲ ਕਰ ਲਈ ਹੈ ਚੌਧਰੀ ਸਾਹਿਬ, ਹੁਣ ਇਹ ਦੱਸਿਆ ਜੀ। ਅੱਛਾ, ਇਹ ਰਿਸਰਚ ਭਾਈ ਉੱਪਰ ਬੈਠੇ ਨੇ ਜਾਂ ਉਸ ਤੋਂ ਇਲਾਵਾ ਹੋਰ ਵੀ ਕਾਫੀ ਦੋਸਤ ਪੈ ਸੁਣਦੇ ਨੇ। ਜਿਹੜੀ ਗੱਲ ਤੁਹਾਡੀ ਮੇਰੀ ਹੋਈ ਉਹਦੇ ਅਨੁਸਾਰ ਮੇਰਾ ਇੱਕ ਮੌਕਫ ਹੁੰਦਾ ਹੈ, ਇੱਦਾਂ ਮੈਂ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਉਹਨਾਂ ਗੱਲਾਂ ਦਾ ਜਵਾਬ ਦੇ ਲਓ ਜਿਹੜੀਆਂ ਤੁਸੀਂ ਕੀਤੀਆਂ ਨੇ, ਕਿ ਤੁਸੀਂ ਜੱਟ ਹੋ, ਤੁਸੀਂ ਚੌਧਰੀ ਹੋ, ਤੁਸੀਂ ਡੇਰੇਦਾਰ ਹੋ, ਮੈਂ ਤੁਹਾਡੀ ਬੜੀ ਇੱਜ਼ਤ ਕਰਨਾ, ਸਾਡੇ ਤੁਸੀਂ ਮੁਕਾਮ ਦੀ ਜਗ੍ਹਾ ਤੇ ਹੋ, ਤੇ ਨਾਲ ਤੂੰ ਕੀ ਕਹਿ ਗਿਆ ਜਿਹੜੀ ਤੁਸੀਂ ਚਵਲ ਮਾਰੀ ਹੈ, ਇਹਦਾ ਮਤਲਬ ਹੈ ਤੁਹਾਡੀ ਘਰ ਦੀ ਤਰਬੀਅਤ ਇੰਨੀ ਕੁ ਹੈ, ਤੁਸੀਂ ਚਾਚਾ ਜੀ ਵੀ ਆਖ ਲੈਂਦੇ ਹੋ, ਤੁਸੀਂ ਆਪਣੇ ਵੱਡਿਆਂ ਨੂੰ ਬਜ਼ੁਰਗ ਵੀ ਕਹਿ ਲੈਂਦੇ ਹੋ, ਤੇ ਨਾਲ ਤੁਸੀਂ ਚਵਲ ਵੀ ਕਹਿ ਲੈਂਦੇ ਹੋ। ਇਹ ਤੁਸੀਂ ਸਾਬਤ ਕਰ ਦਿੱਤਾ ਕਿ ਆਇਆ ਕਿ ਇਹ ਗੱਲ ਤੁਹਾਡੇ 'ਚ ਚੱਲਦੀ ਹੈ। ਜੇ ਤੁਹਾਡੇ 'ਚ ਚੱਲਦੀ ਹੈ ਤੇ ਮੈਂ ਇਸ ਵਾਸਤੇ ਖਾਮੋਸ਼ ਰਿਹਾ, ਮੈਨੂੰ ਤਕਲੀਫ ਨਹੀਂ ਹੋਈ ਇਸ ਵਾਸਤੇ ਕਿ ਤੁਸੀਂ ਇੱਕ ਜ਼ਬਾਨ ਨਾਲ ਮੈਨੂੰ ਆਪਣੇ ਵੱਡੇ ਵੀ ਕਹਿ ਲਿਆ, ਤੁਸੀਂ ਮੈਨੂੰ ਕਿਹਾ ਮੈਂ ਤੁਹਾਡਾ ਇਖਤਰਾਮ ਵੀ ਕਰਨਾ ਵਾ, ਤੇ ਉਸੇ ਜ਼ਬਾਨ ਨਾਲ ਤੁਸੀਂ ਮੈਨੂੰ ਚਵਲ ਵੀ ਕਹਿ ਰਿਹਾ ਕਿ ਤੂੰ ਚਵਲ ਮਾਰੀ ਹੈ, ਤੇ ਮੈਨੂੰ ਬਿਲਕੁਲ ਤਕਲੀਫ ਨਹੀਂ ਹੋਈ। ਕਿਉਂ ਨਹੀਂ ਹੋਈ? ਕਿ ਤੁਹਾਡੀ ਤਰਬੀਅਤ ਹੈ, ਮੈਨੂੰ ਕੋਈ ਗੁੱਸਾ ਨਹੀਂ ਲੱਗਾ। ਤੇ ਰਹੀ ਦੂਜੀ ਗੱਲ, ਜਿੰਨੇ ਵੀ ਮੇਰੇ ਪਿਆਰੇ ਸੁਣਦੇ ਨੇ ਪਏ, ਇੱਕ ਨਹੀਂ 5-7 ਡੇਲੀ ਮੇਰੀਆਂ ਵੀਡੀਓ ਰਿਕਾਰਡ ਕਰਕੇ ਚਾੜੀ, ਮੈਂ 6 ਤੋਂ 7 1 ਘੰਟਾ ਬਹਿਨਾ ਜਰਮਨੀ ਦੇ ਟਾਈਮ ਦੇ ਮੁਤਾਬਕ। ਤੇ ਇਹ ਤੈਨੂੰ ਮੈਂ ਗੱਲ ਸਾਰੀ ਦੱਸੀ ਹੈ, ਤੂੰ ਤਤਲੇ ਵਾਲੀ ਹੈ, ਮੇਰਾ ਗੁਆਂਢੀ ਹੈ, ਜਿੱਥੇ ਵੀ ਤੂੰ ਰਹਿਣਾ ਹੈ, ਪਿੰਡ ਭੱਦੇ ਸ਼ਰੀਫ, ਥਾਣਾ ਤਤਲੇ ਵਾਲੀ, ਤਹਿਸੀਲ ਨਸ਼ਹਿਰਾ ਵਿਰਕਾਂ, ਜੱਟ ਕੈਸਰ ਮੇਰਾ ਨਾਂ ਹੈ, ਤੇ ਇਹੋ ਹੀ ਮੇਰਾ ਨਾਂ ਹੈ, ਠੀਕ ਹੈ। ਨਾਨਕੇ ਮੇਰੇ ਮਾਛੀ ਕੇ ਗੁਰਾਇਆ ਨਾਲ ਫਰੋਜ਼ ਵਾਲਾ, ਠੀਕ ਹੈ। ਗੁਰਾਇਆ ਫੈਮਿਲੀ 5 ਕੁ ਜੀ, ਸਾਰੀਆਂ ਫੈਮਲੀਆਂ ਅਮਰੀਕਾ ਨੇ, ਤੇ ਇੱਕ ਭਾਈ ਉੱਥੇ ਹੀ ਹੈ। ਅਸੀਂ ਵੀ ਉਹ ਅੱਧਾ ਕੁ ਖਾਨਦਾਨ ਬਾਹਰ ਆ ਤੇ ਅੱਧਾ ਕੁ ਪਿੰਡ ਹੀ ਆ, ਤੇ ਸਾਡੇ ਜੇ ਸਾਡਾ ਤੂੰ ਗੁਆਂਢੀ, ਸਾਨੂੰ ਤੈਨੂੰ ਸਾਡੇ ਪਿੰਡ ਦਾ ਕੋਈ ਭੁਲੇਖਾ ਨਹੀਂ, ਜਿਵੇਂ ਦੇ ਅਸੀਂ ਐ ਵਾਂ, ਤੇ 30 ਕੁ ਘਰ ਆ ਮਾਸ਼ਾਅੱਲਾ ਅਸੀਂ ਚਾਚੇ ਬਾਬਿਆਂ ਦੇ, ਤੇ ਜਿੱਥੇ ਵੀ ਕਿਸੇ ਨੂੰ ਲੋੜ ਪੈਂਦੀ ਹੈ ਨਾ, ਲੱਖ ਅਸੀਂ ਆਪਸ ਵਿੱਚ ਲੜੇ ਹੋਈਏ, 5000 ਵੀ ਜੀ ਅੱਗੇ ਸਾਨੂੰ ਟੈਨਸ਼ਨ ਕੋਈ ਨਹੀਂ ਹੁੰਦੀ। ਤੇ ਇਸ ਵਾਸਤੇ ਮੁਫਤੀ ਮੁਬਸ਼ਰ ਸਾਹਿਬ ਉਹ ਸੋਹਣੀ ਗੱਲ ਕਰੀਦੀ ਜਿਹੜੀ ਬਣਦੀ ਹੋਵੇ। ਜਦੋਂ ਤੁਸੀਂ ਮੇਰੇ ਕੋਲ ਹਾਜ਼ਰ ਹੋਏ ਸੋ ਤੁਹਾਡੇ ਅਲਫਾਜ਼ ਇਹ ਸਨ ਕਿ ਜਿਹੜੀ ਤੁਸੀਂ ਆਯਾਤ ਪੜ੍ਹੀ ਹੈ, ਮੈਂ ਬੜੀ ਦੇਰ ਦਾ ਲੱਭਣ ਡਿਆ ਸਾਂ, ਮੈਨੂੰ ਲੱਭਦੀ ਨਹੀਂ ਸੀ ਪਈ, ਤੇ ਮੈਂ ਤੁਹਾਡੇ ਅੱਗੇ ਦਰਖਾਸਤ ਕੀਤੀ, ਤੁਸੀਂ ਮੈਨੂੰ ਪੁੱਛਿਆ ਆ ਕੇ
ਕਿ ਕੁਰਾਨ ਪਾਕ ਕਿੱਥੋਂ ਪੜ੍ਹਦੇ ਹੋ ਪਏ? ਮੈਂ ਅਰਜ਼ ਕੀਤੀ ਕੁਰਾਨ ਪਾਕ ਦਾ ਸਪਾਰਾ ਨੰਬਰ 17 ਸੂਰਤ ਨੰਬਰ 21 ਆਇਤ ਨੰਬਰ 35 ਤੇ 36 ਦੋ ਆਇਤ ਦਾ ਮੈਂ ਤਰਜਮਾ ਪੜ੍ਹਿਆ ਤੇ ਮੈਂ ਕਿਹਾ ਮੁਫਤੀ ਸਾਹਿਬ ਤੁਸੀਂ ਤਰਜਮਾ ਪੜ੍ਹਦੇ ਹੋ, ਤੁਸੀਂ ਅੱਗੋਂ ਬਿਆਨ ਫਰਮਾਇਆ ਕਿ ਮੈਂ ਹਾਫਜ਼ ਨਹੀਂ, ਮੇਰੇ ਕੋਲ ਕੁਰਾਨ ਪਾਕ ਨਹੀਂ। ਮੈਂ ਕਿਹਾ ਮੈਂ ਦੁਬਾਰਾ ਪੜ੍ਹ ਦੇਣਾ, ਕੋਈ ਗੱਲ ਨਹੀਂ। ਤੇ ਤੁਸੀਂ ਅੱਗੋਂ ਕੀ ਕੀਤਾ? ਤੁਸੀਂ ਰੂਹਾਨੀ ਖਜ਼ਾਇਨ ਖੋਲ ਲਈ। ਗੱਲ ਕੁਰਾਨ ਦੀ ਹੋ ਰਹੀ ਹੈ ਤੇ ਜਦੋਂ ਕਿਸੇ ਦੇ ਕੋਲ ਇੱਕ ਚੀਜ਼ ਦਾ ਜਵਾਬ ਨਾ ਹੋਵੇ ਤੇ ਫਿਰ ਉਹ ਦੂਸਰੇ ਪਾਸੇ ਟੁਰਦਾ ਹੈ। ਰਿਸਰਚ ਭਾਈ ਉੱਤੇ ਬੈਠੇ ਨੇ, अस्सलाम वालेकुम रहमतुल्लाहि व बरकातहू, ਕਾਫੀ ਦੇਰ ਦੇ। ਅੱਛਾ ਸਾਡੀ ਵੀ ਰਿਸਰਚ ਭਾਈ ਮੁਫਤੀ ਸਾਹਿਬ ਇੱਕ ਮਿੰਟ ਦਾ ਦੂਜੇ ਦੋਸਤ ਨੂੰ ਆਵਾਜ਼ ਦੇ ਲੈਣ ਉਹ ਤੇ ਦਿਓ। ਚਲੋ ਠੀਕ ਹੈ, ਹੁਣ ਗੱਲ ਤੁਸੀਂ ਮੇਰੇ ਨਾਲ ਕੀਤੀ ਹੈ ਤੇ ਜਵਾਬ ਵੀ ਤੇ ਫਿਰ ਮੇਰੇ ਕੋਲ ਲੈਣਾ ਜੇ, ਦੂਜੇ ਭਾਈ ਕੋਲ ਤੇ ਨਹੀਂ ਜੇ ਤੁਹਾਡੇ ਕੋਲ ਲਵਾਂਗਾ ਜਵਾਬ, ਤਰੀਕਾ ਤੇ ਨਹੀਂ ਹੈ ਗੱਲ ਦਾ ਜਵਾਬ। ਵੇਖੋ ਤੁਸੀਂ ਮੈਨੂੰ ਬਿਠਾ ਕੇ ਮੈਨੂੰ ਮੁਖਾਤਬ ਕਰਕੇ ਗੱਲ ਮੇਰੇ ਨਾਲ ਕੀਤੀ ਜੇ, ਔਰ ਰਿਸਰਚਰ ਭਾਈ ਨਾਲ ਤੇ ਨਹੀਂ ਨਾ ਜੇ ਕੀਤੀ। ਇਹ ਇਨਸਾਫ ਤੇ ਨਹੀਂ ਨਾ ਹੈ, ਕਮ ਬੰਦਾ ਇਨਸਾਫ ਤੇ ਕਰਦਾ ਹੈ ਨਾ, ਇਨਸਾਫ ਨਾਲ ਚੱਲਦਾ ਹੁੰਦਾ ਹੈ। ਅੱਛਾ ਗੱਲ ਹੈ ਵੇ, ਇੱਕ ਮਿੰਟ ਜ਼ਰਾ ਰਿਸਰਚਰ ਸਾਹਿਬ, ਇੱਕ ਮਿੰਟ ਜ਼ਰਾ ਠਹਿਰ ਜਾਓ, ਇਹਨਾਂ ਨੂੰ ਮੁਫਤੀ ਸਾਹਿਬ ਦੇ ਲੈਂਦੇ ਹੋ। ਮੁਫਤੀ ਸਾਹਿਬ ਇੱਕ ਮਿੰਟ ਹੌਸਲਾ ਰੱਖੋ। ਚੌਧਰੀ ਸਾਹਿਬ ਜਿਹੜਾ ਤੁਸੀਂ ਮੈਨੂੰ ਇਹ ਧਮਕੀਆਂ ਲਾ ਰਹੇ ਹੋ ਨਾ ਕਿ ਅਸੀਂ ਉਹ ਫਲਾਂ ਚੌਧਰੀ ਤੇ ਉਹ, ਮੈਂ ਜਾਣਨਾ ਵਾ ਤੁਹਾਨੂੰ, ਬੜੇ ਅੱਛੇ ਤਰੀਕੇ ਨਾਲ ਜਾਣਨਾ ਵਾ। ਇਹ ਮਾਸ਼ਾਅੱਲਾ ਬੜੇ ਵੱਡੇ ਤੁਸੀਂ ਗੁੰਡੇ ਹੋ ਆਪਣੇ ਇਲਾਕੇ ਦੇ, ਔਰ ਬੜਾ ਸਾਰੀ ਦੁਨੀਆ ਡਰਦੀ ਹੈ ਤੁਹਾਡੇ ਪੂਰੀ ਫੈਮਿਲੀ ਕੋਲੋਂ, ਤੇ ਬੜੀ ਦਹਿਸ਼ਤ ਹੈ ਤੁਹਾਡੀ ਪੂਰੇ ਇਲਾਕੇ ਦੇ ਵਿੱਚ ਹੈ। ਸਾਨੂੰ ਪਤਾ ਹੈ, ਸਾਨੂੰ ਪਤਾ ਹੈ। ਦਿਨ ਦਿਹਾੜੇ ਬੰਦੇ ਨੂੰ ਮਾਰਨਾ, ਕੁੱਟਣਾ ਤੇ ਲੁੱਟਣਾ ਉਹ ਤੁਹਾਡਾ ਕੰਮ ਹੈ, ਇਹ ਜਾਣਦੇ ਅਸੀਂ ਜਨਾਬ, ਐਸੀ ਕੋਈ ਗੱਲ ਨਹੀਂ ਹੈ। ਤੇ ਸਾਡਾ ਹੀ ਪਿੰਡ ਹੈ, ਅਸੀਂ ਤੁਹਾਨੂੰ ਬੜਾ ਕਰੀਬੀ ਤੋਂ ਜਾਣਦੇ ਆ। ਤੇ ਗੱਲ ਹੈ ਵੇ ਕਿ ਮੈਂ ਜਿਹੜਾ ਸਵਾਲ ਕੀਤਾ ਸੀ ਕਿ ਈਸਾ ਅਲੈਹਿਸਲਾਮ ਜ਼ਿੰਦਾ ਹੋਣ ਜਾਂ ਮੁਰਦਾ ਹੋਣ, ਮੁਫਤੀ ਮੁਬਸ਼ਰ ਮੇਰੀ ਗੱਲ ਸੁਣ ਲੈ ਇੱਕ ਮਿੰਟ। ਪੂਰੀ ਜ਼ਿੰਦਗੀ ਉਹ ਜਿਹੜੀਆਂ ਸ਼ਰਾਬਨੋਸ਼ੀ ਕਰਦੇ ਰਹੇ, ਜ਼ਨਾਕਾਰੀਆਂ ਕਰਦੇ ਰਹੇ, ਉਹ ਸੱਚੇ ਕਿੰਜ ਸਾਬਤ ਹੋਣਗੇ ਜੀ? ਕੈਸੇ ਡਾਕਟਰ ਸਾਹਿਬ ਮੈਂ ਸਾਰੀ ਤੇਰੀ ਵਜ਼ਾਹਤ ਕਰ ਦਾਂਗਾ। ਬਸ਼ਰ ਚੁੱਪ ਕਰ ਜਾ, ਜ਼ਬਾਨ ਨਾ ਖੋਲੀ ਹੋਣਾ। ਤੂੰ ਮੈਨੂੰ ਚੰਗੀ ਤਰ੍ਹਾਂ ਜਾਣਨਾ ਤੇ ਮੈਂ ਵੀ ਤੈਨੂੰ ਜਾਣਨਾ, ਮੈਂ ਤੇਰੀ ਸਾਰੀ ਵਜ਼ਾਹਤ ਕਰ ਦਿਆਂਗਾ। ਮੁੜ ਜਾ, ਲੰਘ ਹਯਾ ਤੇਰਾ ਬਣਿਆ ਤੇ ਬਣਾਈ ਰੱਖ ਲੋਕਾਂ ਦੇ ਵਿੱਚ। ਤੂੰ ਮੈਨੂੰ ਅੱਛੇ ਤਰੀਕੇ ਨਾਲ ਜਾਣਨਾ ਤੇ ਮੈਂ ਵੀ ਤੈਨੂੰ ਜਾਣਨਾ ਵਾ, ਮੈਂ ਤੇਰੀ ਵਜ਼ਾਹਤ ਨਹੀਂ ਕਰਦਾ ਪਿਆ। ਇਹਨੂੰ 15-20 ਸਾਲ ਤੋਂ ਜਾਣਦੇ ਆ, ਇਹ ਬਦ ਜ਼ਬਾਨ ਜੀ। ਮੈਂ ਨਾ ਡਰ ਗਿਆ ਵਾਂ ਤੁਹਾਡੇ ਕੋਲੋਂ ਜੱਟ ਸਾਹਿਬ, ਕੈਸਰ ਸਾਹਿਬ, ਮੈਂ ਤੇ ਯਕੀਨ ਜਾਨੋ, ਮੈਂ ਤੇ ਵੈਸੇ ਵੀ ਕਾਦੀਆਨੀ ਪਾਕਿਸਤਾਨ ਦੇ ਵਿੱਚ ਬੜੇ ਵੱਡੇ ਦਹਿਸ਼ਤਗਰਦ ਮਸ਼ਹੂਰ ਨੇ, ਤੇ ਰਿਕਾਰਡਿੰਗ ਹੁੰਦੀ ਹੈ ਪਈ, ਤੇ ਮੈਨੂੰ ਅਗਰ ਕੋਈ ਜਨਾਬ ਮੇਰੀ ਜਾਨ ਨੂੰ ਕੁਝ ਹੋਇਆ ਨਾ ਤੇ ਸਾਰਾ ਤੁਹਾਡੇ ਦੁਆਲੇ ਹੋ ਜਾਣਾ ਜੇ, ਸਭ ਕੁਝ ਪੈ ਜਾਣਾ ਜੇ ਤੁਹਾਡੇ ਤੇ ਤੇਰੀ ਜਾਨ ਅੱਗੇ ਹੈ ਕਿੱਥੇ ਵੇ? ਹਾਂਜੀ ਉਹ ਹੀ ਨਾ, ਬਸ ਵੇਖ ਲਓ, ਲਾ ਲਓ ਧਮਕੀਆਂ ਜਿੰਨੀਆਂ ਮਰਜ਼ੀ ਲਾ ਲਓ, ਜਦੋਂ ਚਾਹੇ ਕੱਢ ਲੈ ਮੇਰਾ ਮਾਲਕ। ਗੁੰਡੇ ਤੁਸੀਂ ਉਹ ਮਾਲਕ ਤੇ ਨਹੀਂ ਹੈ ਨਾ, ਅੱਲਾ ਮਾਫ ਕਰੇ। ਤੇ ਗੁੰਡਾ ਨਾਲ ਮੁਫਤੀ ਲਿਖਿਆ, ਨਾਲ ਮੁਫਤੀ ਲਿਖਿਆ, ਨਾਲ ਸ਼ਾਹ ਲਿਖਿਆ, ਨਾਲ ਗੁੰਡੇ ਆਖੀ ਉਹਨੇ। ਡਾਕਟਰ ਸਾਹਿਬ ਤੁਸੀਂ ਕਿਉਂ ਇਹਨਾਂ ਨਾਲ ਬਹਿਸ ਕਰਦੇ ਹੋ? ਇੱਕ ਬੰਦਾ ਪਾਗਲ ਹੈਗਾ, ਇਹ ਬਿਲਕੁਲ ਪਾਗਲ ਹੈ। ਸਹੀ ਹੈ, ਜਿਹੜਾ ਸਵਾਲ ਕਰੇ ਉਹ ਪਾਗਲ ਹੁੰਦਾ ਹੈ। ਜਿਹੜਾ ਕੁਰਾਨ ਪਾਕ ਨੂੰ ਛੱਡ ਕੇ ਸਾਈਡ ਤੇ ਜਾਏ ਉਹ ਵਾਕਈ ਪਾਗਲ ਹੁੰਦਾ ਹੈ। ਉਹ ਪਾਗਲ ਹੁੰਦਾ ਹੈ ਜਿਹੜਾ ਕੁਰਾਨ ਪਾਕ ਦੀ ਗੱਲ ਨਾ ਕਰਨਾ ਚਾਹੇ, ਜਿਹਨੂੰ ਕੁਰਾਨ ਪਾਕ ਦੀ ਗੱਲ ਨਾ ਆਏ ਵਾਕਈ ਉਹ ਪਾਗਲ ਹੁੰਦਾ ਹੈ। ਦੱਸੋ ਤੇ ਸਹੀ ਨਾ, ਮਿਰਜ਼ਾ ਕਾਦੀਆਨੀ ਸਾਹਿਬ ਜਿਹੜੇ ਨੇ ਉਹ ਕਿਹੜੀ ਨੁੱਕਰ ਤੋਂ ਜਾ ਕੇ ਸੱਚੇ ਸਾਬਤ ਹੋਣਗੇ? ਉਹ ਪੂਰੀ ਜ਼ਿੰਦਗੀ ਜ਼ਨਾਕਾਰੀਆਂ ਕਰਦੇ ਰਹੇ, ਸ਼ਰਾਬ ਨੋਸ਼ੀਆਂ ਕਰਦੇ ਰਹੇ, ਰੱਡੀਬਾਜ਼ੀ ਕਰਦੇ ਰਹੇ, ਉਹ ਕਿਹੜੀ ਨੁੱਕਰ ਤੋਂ ਸੱਚੇ ਸਾਬਤ ਹੋਣਗੇ? ਉਹਨਾਂ ਨੂੰ ਇਹ ਤੇਰੀ ਜ਼ਬਾਨ ਦਰਾਜ਼ੀ ਹੈ, ਤੇਰੀ ਬਕਵਾਸ ਸੁਣਨਾ ਨਹੀਂ ਚਾਹੁੰਦੇ ਅਸੀਂ, ਹੈ ਜਿਹੜਾ ਤੂੰ ਭੌਂਕਣ ਡਿਆ ਹੈ ਨਾ। ਤੁਸੀਂ ਮੈਨੂੰ ਬਹਾ ਦਿਓ ਇਸ ਬੰਦੇ ਨਾਲ ਗੁਫ਼ਤਗੂ ਕਰਨੀ ਅੱਲਾਹ ਤਾਲਾ ਰਸੂਲ ਦਾ ਹੁਕਮ ਹੈ ਕਿ ਨਹੀਂ ਕਰੋ। इस प्रोग्राम में शरीक मेहमान और कॉल करने वालों की आरा, मौक़िफ़ और ख़यालात उनके अपने ज़ाती हैं और ज़रूरी नहीं कि वो हमारे चैनल और टीम के ख़यालात, आरा और मौक़िफ़ की अक्कासी करें। हम किसी दूसरे फ़र्द की आरा और मौक़िफ़ के ज़िम्मेदार नहीं।